ਤੀ ਪੋਤਰੇ ਨੂੰ ਤੇ ਹੁਣ ਪੋਤਰਾ ਗੁਰੂ ਹਰਿਰਾਏ ਸਾਹਿਬ ਜੀ ਦੇ ਸਾਹਿਬਜ਼ਾਦੇ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਸੱਚੇ ਪਾਤਸ਼ਾਹ ਜੀ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਉਹਨਾਂ ਦੇ ਦਾਦਾ ਜੀ ਲੱਗਦੇ ਸਨ, ਕਿਉਂਕਿ ਗੁਰੂ ਹਰਿਰਾਏ ਸਾਹਿਬ ਬਾਬਾ ਗੁਰਦਿੱਤਾ ਜੀ ਦੇ ਸੁਪੁੱਤਰ ਸਨ ਤੇ ਬਾਬਾ ਗੁਰਦਿੱਤਾ ਜੀ ਗੁਰੂ ਤੇਗ ਬਹਾਦਰ ਸਾਹਿਬ ਦੇ ਭਰਾ ਨੇ। ਐਸਾ ਦੁਨੀਆ ਵਿੱਚ ਕਿਧਰੇ ਵੀ ਦੇਖਣ ਨੂੰ ਨਹੀਂ ਮਿਲਦਾ। ਦਾਦਾ ਪੋਤਰੇ ਨੂੰ ਗੱਦੀ ਦਿੰਦਾ ਤੇ ਪੋਤਰਾ ਦਾਦੇ ਨੂੰ ਗੱਦੀ ਦਿੰਦਾ। ਇਹ ਮਰਿਆਦਾ ਕੇਵਲ ਗੁਰੂ ਨਾਨਕ ਦੇ ਘਰ ਦੇ ਵਿੱਚ ਹੈ, ਕਿਉਂਕਿ ਇੱਥੇ ਤਖਤ ਦੇ ਉੱਤੇ ਕੋਈ ਵਾਰਿਸ ਨਹੀਂ ਬੈਠ ਸਕਦਾ। ਕੋਈ ਆਖੇ ਮੈਂ ਰਿਸ਼ਤੇਦਾਰ ਹਾਂ, ਪੁੱਤਰ ਹਾਂ, ਪੋਤਰਾ ਹਾਂ, ਭਰਾ ਹਾਂ, ਤੋ ਇਸ ਗੱਦੀ ਤੇ ਬੈਠ ਜਾਵਾਂ। ਇੱਥੇ ਕੇਵਲ ਉਹੀ ਬੈਠ ਸਕਦਾ, ਤਖਤ ਬਹੇ ਤਖਤੇ ਕੀ ਲਾਇਕ। ਜੋ ਇਸ ਦੇ ਲਾਇਕ ਹੈ ਉਹ ਪੋਤਰਾ ਵੀ ਹੋ ਸਕਦਾ, ਉਹ ਦਾਦਾ ਵੀ ਹੋ ਸਕਦਾ, ਉਹ ਪੁੱਤਰ ਵੀ ਹੋ ਸਕਦਾ, ਉਹ ਭਰਾ ਵੀ ਹੋ ਸਕਦਾ, ਕੋਈ ਵੀ ਹੋ ਸਕਦਾ ਹੈ। ਲੇਕਿਨ ਦਾਵਾ ਕੋਈ ਨਹੀਂ ਕਰ ਸਕਦਾ ਕਿ ਮੈਂ ਇਸ ਤਖਤ ਦਾ ਵਾਰਿਸ ਹਾਂ। ਇਹ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਹੈ। ਸਤਿਗੁਰਾਂ ਨੇ ਜਦੋਂ ਬਚਨ ਕੀਤੇ ਕਿ ਬਾਬਾ ਬਸੇ ਜੇ ਗ੍ਰਾਮ ਬਕਾਲੇ, ਬਨ ਗੁਰ ਸੰਗਤ ਸਕਲ ਸੰਭਾਲੇ, ਸਾਡੇ ਤੋਂ ਬਾਅਦ ਆਉਣ ਵਾਲਾ ਹੁਣ ਗੁਰੂ ਜੋ ਹੈ ਉਹ ਬਾਬਾ ਬਕਾਲਾ ਦੀ ਧਰਤੀ ਤੇ ਮਿਲੇਗਾ। ਬਚਨ ਕਰ ਦਿੱਤੇ ਸਤਿਗੁਰਾਂ ਨੇ। ਆਪ 5 ਪੈਸੇ ਤੇ ਨਾਰੀਅਲ ਵੀ ਦੇ ਦਿੱਤਾ। ਜੋਤੀ ਜੋਤ ਸਮਾ ਗਏ ਨੇ ਦਿੱਲੀ ਦੇ ਵਿੱਚ। ਜਦੋਂ ਇਹ ਖਬਰ ਫੈਲ ਗਈ ਕਿ ਗੁਰੂ ਹਰਕ੍ਰਿਸ਼ਨ ਸਾਹਿਬ ਨੇ ਬਚਨ ਕੀਤਾ ਕਿ ਅਗਲੇ ਗੁਰੂ ਬਾਬਾ ਬਕਾਲੇ ਦੀ ਧਰਤੀ ਤੇ ਹੋਣਗੇ, 22 ਮੰਜੀਆਂ ਉੱਥੇ ਲੱਗੀਆਂ ਸਨ। 22 ਸਿੱਖਾਂ ਨੇ ਇਹ ਦਾਅਵਾ ਕੀਤਾ ਕਿ ਅਸੀਂ ਗੁਰੂ ਹਾਂ, ਜਿਨ੍ਹਾਂ ਦੇ ਵਿੱਚੋਂ ਧੀਰਮਲ ਸਭ ਤੋਂ ਮੋਢੀ ਸੀ, ਕਿਉਂਕਿ ਉਹਦੇ ਕੋਲ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸਰੂਪ ਸੀ, ਉਹਦੇ ਕੋਲ ਜਿਹੜਾ ਪਹਿਲਾ ਸਰੂਪ ਲਿਖਿਆ ਗਿਆ ਸੀ, ਬਾਬਾ ਧੀਰਮਲ ਜੀ ਦੇ ਕੋਲ ਸੀ। ਲੋਕ ਆਉਂਦੇ ਨੇ, ਮੱਥੇ ਟੇਕਦੇ ਨੇ, ਪਰ ਜਿਹੜੇ ਸੱਚ ਦੇ ਜਾਣਨ ਵਾਲੇ ਸਨ, ਜਿਨ੍ਹਾਂ ਦੀਆਂ ਅੱਖਾਂ ਲੱਭਦੀਆਂ ਪਈਆਂ ਨੇ ਸੱਚੇ ਗੁਰੂ ਨੂੰ, ਉਹ ਮੱਥਾ ਤੇ ਟੇਕਦੇ ਨੇ, ਪਰ ਹਿਰਦੇ ਨੂੰ ਠੰਡ ਨਹੀਂ ਪੈਂਦੀ ਹੈ ਉਹਨਾਂ ਦੀ। ਕਿਉਂਕਿ ਗੁਰੂ ਤਾਂ ਉਹ ਹੈ ਕਿ ਜਿਹਦੇ ਦਰਸ਼ਨ ਕੀਤਿਆਂ ਹੀ ਸਾਡੇ ਪਾਪ ਨਾਸ ਹੋ ਜਾਣ। ਸਾਧ ਕੇ ਸੰਗ ਨਹੀਂ ਕਿਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਗੁਰੂ ਤਾਂ ਉਹ ਹੈ ਜਿਹਦੇ ਦਰਸ਼ਨ ਕੀਤੇ ਹੀ ਬੰਦਾ ਨਿਹਾਲ ਹੋ ਜਾਵੇ। ਔਰ ਗੁਰੂ ਕਿਸੇ ਪਦਾਰਥ ਦਾ ਭੁੱਖਾ ਨਹੀਂ ਹੁੰਦਾ ਹੈ। ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਬਾਣੀ ਵੀ ਆਖਦੀ ਹੈ ਕਿ ਸੁਣ ਮੁੰਦੇ ਹਰਨਾਕੀਏ, ਗੂੜਾ ਵੈਣ ਅਪਾਰ, ਪਹਿਲਾ ਵਸਤ ਸਿਆਣੀਏ ਤਾਂ ਕੀਚੇ ਵਾਪਾਰ। ਪਹਿਲੇ ਵਸਤੂ ਦੀ ਪਹਿਚਾਨ ਕਰ ਲਵੋ, ਸਮਝ ਲਵੋ ਉਸ ਨੂੰ, ਤੇ ਫਿਰ ਉਹਦੇ ਨਾਲ ਕੋਈ ਵਪਾਰ ਕਰੋ। ਇਹ ਨਹੀਂ ਵੀ ਬਾਜ਼ਾਰੋਂ ਜੋ ਕੁਝ ਵੀ ਆਇਆ ਚੁੱਕ ਕੇ ਤੇ ਤੁਰ ਪਵੋ ਤੁਸੀਂ। ਅਸੀਂ ਸਬਜ਼ੀ ਲੈਣ ਵੀ ਜਾਈਏ ਨਾ, ਅਗਰ 10 ਰੁਪਏ ਕਿਲੋ ਵੀ ਕੋਈ ਸਬਜ਼ੀ ਹੋਵੇ, ਬੰਦਾ ਉਹਨੂੰ ਵੀ ਛਾਂਟ ਕੇ ਲੈਂਦਾ, ਕਿਧਰੇ ਕੋਈ ਖਰਾਬ ਨਾ ਆ ਜਾਵੇ। ਲੈਂਦੇ ਆ ਨਾ ਅਸੀਂ। ਕਿਤਨੀ ਵੀ ਕੋਈ ਵਸਤੂ ਸਸਤੀ ਕਿਉਂ ਨਾ ਹੋਵੇ, ਬੰਦਾ ਪਰਖ ਕੇ ਲੈਂਦਾ, ਪਹਿਲੇ ਉਹਦੀ ਪੜਚੋਲ ਕਰਦਾ ਕਿ ਇਹ ਠੀਕ ਹੈ ਕਿ ਨਹੀਂ ਹੈ। ਤੇ ਜਦੋਂ ਗੁਰੂ ਕੋਲ ਆਉਣਾ ਹੁੰਦਾ ਨਾ, ਸਾਡੀ ਕੋਈ ਪਰਖ ਨਹੀਂ ਹੁੰਦੀ ਹੈ। ਅਸੀਂ ਜਣੇ ਖਣੇ ਨੂੰ ਮੱਥੇ ਟੇਕੀ ਜਾਂਦੇ ਹਾਂ, ਅਸੀਂ ਜਣੇ ਖਣੇ ਦੇ ਅੱਗੋਂ ਹੀ ਹੱਥ ਜੋੜੀ ਜਾਂਦੇ ਹਾਂ, ਉਹਨਾਂ ਨੂੰ ਗੁਰੂ ਮੰਨ ਕੇ ਉਹਨਾਂ ਦੇ ਸਤਿਕਾਰ ਕਰੀ ਜਾਂਦੇ ਹਾਂ। ਮਹਾਰਾਜ ਕਹਿੰਦੇ ਨੇ ਤੈਨੂੰ ਅੱਖ ਦਿੱਤੀ ਹੈ, ਬੁੱਧੀ ਦਿੱਤੀ ਹੈ, ਤੂੰ ਦੇਖ ਤਾਂ ਸਹੀ ਅਸਲ ਗੁਰੂ ਕੌਣ ਹੈ ਤੇ ਨਕਲ ਗੁਰੂ ਕੌਣ ਹੈ।
ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਹੁਕਮ ਕੀਤਾ, ਕਿਧਰੇ ਵੀ ਸਤਿਗੁਰਾਂ ਨੇ ਸਿੱਖਾਂ ਦੇ ਉੱਤੇ ਹੁਕਮ ਨਹੀਂ ਕੀਤੇ, ਬੇਨਤੀਆਂ ਕੀਤੀਆਂ। ਪਰ ਜਦੋਂ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਨੂੰ ਗੁਰਤਾ ਗੱਦੀ ਦਿੱਤੀ ਤਾਂ ਮਹਾਰਾਜ ਨੂੰ ਕਹਿਣਾ ਪਿਆ ਕਿ ਆਗਿਆ ਪਈ ਅਕਾਲ ਕੀ, ਤਬਹਿ ਚਲਾਇਓ ਪੰਥ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਸਾਰਿਆਂ ਨੂੰ ਸਾਡਾ ਹੁਕਮ ਹੈ ਕਿ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਨੂੰ ਆਪਣਾ ਗੁਰੂ ਮੰਨਣਾ ਹੈ, ਹੋਰ ਕਿਸੇ ਨੂੰ ਆਪਣਾ ਗੁਰੂ ਨਹੀਂ ਮੰਨਣਾ। ਪਰ ਸਾਡੇ ਲੋਕ ਪਤਾ ਨਹੀਂ ਕਿੱਥੇ ਕਿੱਥੇ ਭਟਕਦੇ ਫਿਰਦੇ ਹਨ। 22 ਮੰਜੀਆਂ ਉੱਥੇ ਲੱਗ ਗਈਆਂ ਸਨ, ਲੇਕਿਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਕਿਉਂਕਿ ਅੰਦਰ ਬੈਠੇ ਰਹਿੰਦੇ ਨੇ, ਬਾਹਰ ਨਿਕਲਦੇ ਨਹੀਂ ਸਨ ਜ਼ਿਆਦਾ, ਤੇ ਲੋਕਾਂ ਵਿੱਚ ਇਤਨੀ ਪਹਿਚਾਣ ਵੀ ਨਹੀਂ ਸੀ। ਸੂਰਤ ਦੇ ਬੰਦਰਗਾਹ ਤੇ, ਜੋ ਗੁਜਰਾਤ ਦੇ ਵਿੱਚ ਸਮੁੰਦਰ ਹੈ ਸੂਰਤ ਬੰਦਰਗਾਹ ਤੇ ਮੱਖਣ ਸ਼ਾਹ ਦਾ ਜਹਾਜ਼ ਜਿਸ ਵਕਤ ਕਿਨਾਰੇ ਲੱਗਣ ਲੱਗਾ ਤਾਂ ਰੇਤ ਦੇ ਵਿੱਚ ਫਸ ਗਿਆ ਹੈ। ਰੇਤੇ ਦੇ ਵਿੱਚ ਮੱਖਣ ਸ਼ਾਹ ਨੇ ਦੇਖ ਲਿਆ ਵੀ ਹੁਣ ਇਸ ਨੂੰ ਕੋਈ ਨਹੀਂ ਬਚਾ ਸਕਦਾ, ਇਹ ਜਹਾਜ਼ ਹੁਣ ਨਹੀਂ ਰੁਕ ਸਕਦਾ, ਇਹ ਹੁਣ ਡੁੱਬੇਗਾ, ਇਹ ਫਸ ਗਿਆ। ਲੇਕਿਨ ਇੱਕ ਡਰ ਉਸ ਨੂੰ ਐਸਾ ਨਜ਼ਰ ਆਇਆ ਕਿ ਮੈਂ ਜਪਜੀ ਸਾਹਿਬ ਦੀ ਬੜੀ ਮਹਿਮਾ ਸੁਣੀ ਹੈ, ਗੁਰੂ ਨਾਨਕ ਸੱਚੇ ਪਾਤਸ਼ਾਹ ਦੀ ਬੜੀ ਮਹਿਮਾ ਸੁਣੀ ਹੈ, ਜੋ ਅਧਿਆਤਮਕ ਜੀਵਨ ਦੇ ਡੁੱਬਦੇ ਬੇੜੇ ਪਾਰ ਕਰ ਦਿੰਦਾ ਵੇ, ਕਿਆ ਉਹ ਇਸ ਸਮੁੰਦਰ ਦੇ ਬੇੜੇ ਨੂੰ ਪਾਰ ਨਹੀਂ ਕਰੇਗਾ। ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਕੀਤਾ, ਮੱਖਣ ਸ਼ਾਹ ਨੇ ਜਪਜੀ ਸਾਹਿਬ ਦਾ ਪਾਠ ਬੜੀ ਇਕਾਗਰਤਾ ਦੇ ਨਾਲ ਕਰਕੇ ਜਿਸ ਵਕਤ ਅਰਦਾਸ ਕੀਤੀ ਕਿ ਹੇ ਗੁਰੂ ਨਾਨਕ ਸੱਚੇ ਪਾਤਸ਼ਾਹ, ਤੇਰੀ ਇਸ ਜੋਤ ਦੇ ਉੱਤੇ ਜੋ ਵੀ ਹੁਣ ਬਿਰਾਜਮਾਨ ਹੈ, ਮੈਂ ਉਹਦੇ ਚਰਨਾਂ ਦੇ ਵਿੱਚ ਜਿਤਨਾ ਮਾਲ ਮੈਂ ਲਿਆਂਦਾ ਨਾ, ਜਿਤਨਾ ਦਸਵੰਧ ਬਣੇਗਾ, ਮੈਂ ਤੁਹਾਡੇ ਚਰਨਾਂ ਵਿੱਚ ਭੇਟਾ ਕਰਾਂਗਾ। ਕਹਿੰਦੇ ਨੇ ਇੱਕ ਹਵਾ ਦਾ ਬੁੱਲਾ ਆਇਆ ਬੜੀ ਜ਼ੋਰ ਦੀ, ਉਹ ਜਿਹੜਾ ਜਹਾਜ਼ ਫਸਿਆ ਪਿਆ ਸੀ ਨਾ, ਉਹ ਹਵਾ ਦੇ ਨਾਲ ਚੱਲ ਕੇ ਤੇ ਕਿਨਾਰੇ ਦੇ ਉੱਤੇ ਆ ਗਿਆ। ਕਦੀ ਵੀ ਜ਼ਿੰਦਗੀ ਦੀ ਬੇੜੀ ਤੁਹਾਨੂੰ ਡੋਲਦੀ ਹੋਈ ਨਜ਼ਰ ਆਵੇ ਨਾ, ਕਿਧਰੇ ਫਸੀ ਹੋਈ ਨਜ਼ਰ ਆਵੇ, ਤਾਂ ਯਕੀਨ ਜਾਣੋ ਜਪਜੀ ਸਾਹਿਬ ਦਾ ਪਾਠ ਕਰਕੇ ਇੱਕ ਵਾਰੀ ਅਰਦਾਸ ਕਰਕੇ ਦੇਖਣਾ ਵਿਸ਼ਵਾਸ ਦੇ ਨਾਲ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੀ ਬਾਣੀ ਦੇ ਉੱਤੇ ਦਾਅਵਾ ਕਰਕੇ ਕਹਿਣਾ ਭਾਵੇਂ ਜਿਤਨੀਆਂ ਵੀ ਮੁਸੀਬਤਾਂ ਦੇ ਵਿੱਚ ਫਸੇ ਹੋਵੋਗੇ, ਸਤਿਗੁਰ ਸੱਚੇ ਪਾਤਸ਼ਾਹ ਜੀ ਆਪ ਸਾਡੀ ਰੱਖਿਆ ਕਰਦੇ ਹਨ। ਤਾਤੀ ਵਾਵ ਨ ਲੱਗਈ ਪਾਰ ਬ੍ਰਹਮ ਚਰਨਾਈ, ਚਉ ਗਿਰਦ ਹਮਾਰੇ RAM ਕਾਰ ਦੁਖ ਲਗੇ ਨਾ ਪਾਏ। ਇੱਕ ਐਸਾ ਘੇਰਾ ਬਣ ਜਾਂਦਾ ਚਾਰੋਂ ਪਾਸੇ ਤੇ ਤੱਤੀ ਵਾਵ ਵੀ ਉਸ ਨੂੰ ਨਹੀਂ ਲੱਗ ਸਕਦੀ, ਪਰ ਹੋਵੇ ਅੰਦਰ ਵਿਸ਼ਵਾਸ। ਇਹ ਨਹੀਂ ਵੀ ਅਰਦਾਸਾਂ ਇੱਥੇ ਕਰਦਾ ਪਿਆ ਹੋਵੇ ਤੇ ਮਨ ਕਿਧਰੇ ਹੋਰ ਡੋਲਦਾ ਪਿਆ ਹੋਵੇ, ਵਿਸ਼ਵਾਸ ਹੋਵੇ ਕਿਧਰੇ। ਜਪਜੀ ਸਾਹਿਬ ਦਾ ਪਾਠ ਕਰਕੇ ਤੇ ਅਰਦਾਸ ਕੀਤੀ, ਬੇੜਾ ਬੰਨੇ ਲੱਗ ਗਿਆ। ਆਪਣਾ ਕਾਰੋਬਾਰ ਇਹ ਕਰਦਾ ਰਿਹਾ, ਮੁਨਾਫਾ ਇਸ ਨੂੰ ਬਹੁਤ ਹੋਇਆ, ਜਹਾਜ਼ ਭਰ ਕੇ ਲਿਆਇਆ ਸੀ ਮਾਲ ਦਾ। ਦਸਵੰਧ ਦੀ ਮਾਇਆ ਬਹੁਤ ਬਣ ਗਈ। ਇਸਨੇ ਹੁਣ ਤਲਾਸ਼ ਸ਼ੁਰੂ ਕੀਤੀ ਵੀ ਇਸ ਵਕਤ ਗੁਰੂ ਨਾਨਕ ਸਾਹਿਬ ਦੀ ਗੁਰਤਾ ਗੱਦੀ ਦੇ ਉੱਪਰ ਕੌਣ ਬਿਰਾਜਮਾਨ ਹੈ। ਮੱਖਣ ਸ਼ਾਹ ਨੂੰ ਪਤਾ ਲੱਗਾ ਕਿ ਬਕਾਲੇ ਦੀ ਧਰਤੀ, ਪਹਿਲੇ ਅੰਮ੍ਰਿਤਸਰ ਗਿਆ ਵੇ, ਅੰਮ੍ਰਿਤਸਰੋਂ ਪਤਾ ਲੱਗਾ ਵੀ ਨਹੀਂ ਇੱਥੇ ਨਹੀਂ ਹੈ ਕੋਈ, ਬਕਾਲੇ ਦੀ ਧਰਤੀ ਤੇ ਹੈ। ਪਰ ਉੱਥੇ ਆ ਕੇ ਪਤਾ ਲੱਗਾ ਕਿ 22 ਮੰਜੀਆਂ ਲੱਗੀਆਂ ਹੋਈਆਂ। ਇਹ ਹੁਣ ਸੋਚੀ ਪੈ ਗਿਆ ਵੀ ਕਿਹੜਾ ਅਸਲੀ ਗੁਰੂ ਹੈ ਤੇ ਕਿਹੜਾ ਨਕਲੀ ਗੁਰੂ ਹੈ, ਕਿਹਨੂੰ ਮੱਥਾ ਟੇਕਾਂ ਤੇ ਕਿਹਨੂੰ ਨਾ ਟੇਕਾਂ।
इसने व्योत बनाई कि पंज पंज मोहरां रख के अरदास करते हाँ, ਜਿਹੜਾ सच्चा गुरु होवेगा तो अपनी पेटा आपे मंग लेगा, वो आपे लै लवेगा। मैनू कहण दी लोड़ नहीं पैनी, मैनू लभण दी भी लोड़ नहीं। इसने पंज पंज मोहरां रख के सारिਆਂ ਨੂੰ मत्था टेकिया, सारिਆਂ ने असीसां दित्तियां ने, सारे ही बड़े खुश होए ने, बड़िया बड़िया असीसां दित्तियां, पर जिहड़ी मन की मुराद सी ना वो किधरे भी पूरी नहीं हुई। बड़ा चिंतातुर होया, अरदास कीती गुरु नानक दे चरनां विच, हे सच्चे पातशाह ये भेटां मैं हुण कित्थे अर्पण करां, कोई मैनू मार्ग दसो। किसी कोलों जदों पुछया भी कोई होर भी इत्थे गुरु है, तो किसी ने दसिया भी इत्थे एक भोरे दे विच रहिंदे ने तेगमल जी, तेग बहादुर भी उन्हां नूं कहंदे ने। बाहर नहीं निकलते हैं, बोलते बहुत घट हैं, हर वक्त समाधि लीन ही रहते हैं। तो उत्थे जाके देख, ये पंज मोहरां लैके इशनान करके घरों अरदास करके जद चलिया ना, पंज मोहरां रख के इसने मत्था टेकिया, ठंड ते कलेजे नूं पै गई है, पर अजे भी इसके अंदर विचार ने, क्या यही सच्चा गुरु है। मत्था टेक के जदों वापस आउण लगा ना, तो गुरु तेग बहादुर साहब महाराज ने नेत्र खोल के और इसनूं आवाज़ मार ली। देखो जदों भावना सच्ची होवे ना, तो फिर गुरु आवाज़ मार के भी सानू बुला लैंदा। कोट सूख आनंद राज पाए, जां मुख ते निमक बुलाए। करोड़ों सुखों तो भी वध सुख की प्राप्ति होती है जदों गुरु सानू आवाज़ मार के बुला लवे। कहंदे ने इस मक्खण शाह दा हिरदा खुशी नाल उछल पिया, आके हाथ जोड़ के पुछदा, महाराज हुक्म करो। ते सतगुरां ने आख्या भी मक्खण शाह क्या ते तू सी भी दसवंध देंगा, ते पंज मोहरां रख के पिछा छुड़ांदा पिया साडे कोल, सिर्फ पंज मोहरां। मक्खण शाह दी अखां दे विच हंझू आ गए ने। कहंदे महाराज ये केवल पंज मोहरां नहीं, सिर्फ दसवंध ही नहीं, मेरे कोल जो कुछ भी है वो सब तेरा ही है। तन मन धन सब सौंप गुर को, सब कुछ तेरा है। महाराज मैं तो परख कर रहा सा, मैं तो लभ रहा सा, मेरिया अखां तरस गईयां ने गुरु नानक दे दर्शन करन वास्ते। सच्ची भावना सी ना अंदर, साडे वर्गी नहीं सी भी असी गुरु नूं आखीए भी तन मन धन सब तेरा, पर कब्जा रहेगा मेरा। कब्जा तो साडा अपना हुंदा, असी तो गुरु घरां दे उत्ते कब्जे कीते हुए ने, अपनियां वस्तुआं असी कित्थों गुरु नूं दे देणियां ने। कब्जा साडा हुंदा, बस जुबान तो असी कह दिंदे आ भी तन मन धन सब तेरा, बाकी कुछ नहीं हुंदा है। मक्खण शाह ने आख्या महाराज मैं जाके दुनिया नूं दसां, दुनिया व्याकुल होई पई है गुरु तो बिना। पखंडी लोग उन्होंने सिर चुके हुए ने, लोगों को वरगला रहे हैं, कुराहे पा रहे हैं। महाराज मैं सब नूं दस दियां, गुरु तेग बहादुर साहब महाराज ने आख्या भी जे तू किसी नूं दस्या ना तो असी तेरा मूँह काला कर देंगे। पर देखो सिख की भावना, भाई मक्खण शाह ने अपने हत्थां नाल अपना मूँह काला करके ते कोठे दे उत्ते चढ़ के ते रौला पा दिता है, गुरु लाधो रे, गुरु लाधो रे, गुरु लभ पिया है। ऐ दुनिया दे लोगों कित्थे भटकदे पे हो इन्हां पखंडी गुरुआं दे कोल, जिथों तुहानूं कुछ नहीं मिलना है। अज सच्चा गुरु लभ गया है, गुरु तेग बहादुर साहब महाराज नूं प्रगट कीता है। सतगुरु जी फिर भोरे विचों बाहर आए
ਬਾਬਾ ਬੁੱਢਾ ਜੀ ਦੀ ਵੰਸ਼ ਦੇ ਵਿੱਚੋਂ ਬਾਬਾ ਬੁੱਢਾ ਜੀ ਦੇ ਪੋਤਰੇ ਸਨ ਭਾਈ ਰਾਮ ਕੁੰਵਰ ਜੀ। ਉਹਨਾਂ ਨੇ ਫਿਰ ਗੁਰਤਾ ਗੱਦੀ ਦਾ ਤਿਲਕ ਦਿੱਤਾ ਹੈ। ਧੀਰ ਮਲ ਨੇ ਗੋਲੀ ਵੀ ਚਲਵਾਈ ਹੈ, ਸਾਰਾ ਮਾਲ ਅਸਬਾਬ ਵੀ ਲੁੱਟ ਕੇ ਲੈ ਗਿਆ ਸੀ। ਕਿਉਂਕਿ ਜਦੋਂ ਸਤਿਗੁਰ ਪ੍ਰਗਟ ਹੋਏ ਨਾ ਤਾਂ ਬੜੀਆਂ ਸੰਗਤਾਂ ਦਰਸ਼ਨ ਕਰਨ ਵਾਸਤੇ ਆ ਗਈਆਂ ਵੀ ਨੌਵੇਂ ਗੁਰੂ ਨਾਨਕ ਕਿਹੜੇ ਨੇ, ਦਰਸ਼ਨ ਕਰੀਏ ਚੱਲ ਕੇ। ਧੀਰ ਮਲ ਨੇ ਗੋਲੀ ਚਲਵਾਈ ਸੀ, ਮਹਾਰਾਜ ਦੇ ਮਸਤਕ ਤੇ ਲੱਗੀ ਸੀ ਗੋਲੀ, ਪਰ ਮੱਥੇ ਨੂੰ ਛੂਹ ਕੇ ਤੇ ਇੱਕ ਪਾਸੇ ਨਿਕਲ ਗਈ ਹੈ। ਸਤਿਗੁਰੂ ਜੀ ਜਦੋਂ ਪ੍ਰਗਟ ਹੋ ਜਾਂਦੇ ਨੇ, ਸਿੱਖੀ ਦਾ ਪ੍ਰਚਾਰ ਸ਼ੁਰੂ ਹੋ ਜਾਂਦਾ। ਹੁਣ ਬੜਾ ਲੰਬਾ ਇਤਿਹਾਸ ਹੈ, ਕਿਉਂਕਿ ਆਪਾਂ ਸ਼ਹੀਦੀ ਵੱਲ ਜਾਣਾ ਹੈ। ਦੂਸਰੇ ਪਾਸੇ ਔਰੰਗਜ਼ੇਬ ਦਾ ਰਾਜ ਚੱਲਦਾ ਪਿਆ। ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਗੁਰੂ ਨਾਨਕ ਦਾ ਪ੍ਰਚਾਰ ਕਰ ਰਹੇ ਨੇ, ਔਰੰਗਜ਼ੇਬ ਇਹਦਾ ਰਾਜ ਕਰਦਾ ਪਿਆ ਤੇ ਜ਼ੁਲਮ ਦੀ ਅੱਤ ਕਰ ਦਿੱਤੀ ਹੈ ਉਸਨੇ। ਇਸ ਔਰੰਗਜ਼ੇਬ ਨੇ ਤਖਤ ਨੂੰ ਹਾਸਲ ਕਰਨ ਵਾਸਤੇ ਸਭ ਤੋਂ ਪਹਿਲੇ ਆਪਣੇ ਪਿਤਾ ਦੀ ਛਾਤੀ ਤੇ ਪੈਰ ਰੱਖਿਆ ਉਸਨੇ ਔਰ ਉਸ ਨੂੰ ਕੈਦ ਕੀਤਾ। ਇਸ ਨੂੰ ਕੈਦ ਕਰਕੇ ਆਗਰੇ ਦੇ ਕਿਲੇ ਦੇ ਵਿੱਚ ਖਾਣ ਵਾਸਤੇ ਰੋਟੀ ਵੀ ਇਸ ਨੂੰ ਇਤਨੀ ਦਿੰਦਾ ਹੈ ਕਿ ਮਸਾਂ ਉਹਦਾ ਪੇਟ ਭਰ ਸਕੇ। ਪੀਣ ਵਾਸਤੇ ਪਾਣੀ ਵੀ ਇਸ ਨੂੰ ਨਾਪ ਕੇ ਦਿੱਤਾ ਜਾਂਦਾ। ਜਿਸ ਕਮਰੇ ਦੇ ਵਿੱਚ ਇਸ ਨੂੰ ਬੰਦ ਕੀਤਾ ਸੀ, ਪਿੱਛੇ ਇੱਕ ਖਿੜਕੀ ਸੀ ਉਹਦੇ ਵਿੱਚੋਂ ਜਮਨਾ ਦਿਖਾਈ ਦਿੰਦੀ ਸੀ। ਸਾਰਾ ਦਿਨ ਉੱਤੇ ਬੈਠਾ ਰਹਿੰਦਾ ਸੀ ਤੇ ਪਾਣੀ ਦੀਆਂ ਲਹਿਰਾਂ ਨੂੰ ਦੇਖਣਾ, ਪੰਛੀਆਂ ਨੂੰ ਦੇਖਣਾ, ਇਸ ਤਰ੍ਹਾਂ ਸਮਾਂ ਪਾਸ ਕਰਦਾ ਸੀ। ਜਦ ਔਰੰਗਜ਼ੇਬ ਨੂੰ ਪਤਾ ਲੱਗਾ ਤਾਂ ਉਹਨੇ ਇਹ ਖਿੜਕੀ ਬੰਦ ਕਰਵਾ ਦਿੱਤੀ। ਇਤਨਾ ਜ਼ਾਲਮ ਸੀ। ਪਿਤਾ ਨੇ ਇੱਕ ਦਿਨ ਆਖਿਆ ਵੀ ਜਿਤਨਾ ਪਾਣੀ ਤੂੰ ਮੈਨੂੰ ਪੀਣ ਵਾਸਤੇ ਦੇਣਾ ਨਾ, ਇਹ ਥੋੜਾ ਹੈ, ਥੋੜਾ ਪਾਣੀ ਹੋਰ ਵਧਾ ਦੇ। ਉਹਨੇ ਚਿੱਠੀ ਲਿਖੀ ਸੀ। ਔਰੰਗਜ਼ੇਬ ਨੇ ਇਸ ਨੂੰ ਜਵਾਬ ਭੇਜਿਆ ਵੀ ਜਿਸ ਪਾਣੀ ਨਾਲ ਸਿਆਹੀ ਬਣਾ ਕੇ ਤੂੰ ਚਿੱਠੀ ਲਿਖੀ ਹੈ ਨਾ, ਇਹ ਪਾਣੀ ਤੇਰੇ ਪੀਣ ਦੇ ਕੰਮ ਆਉਣਾ ਸੀ, ਤੂੰ ਪਾਣੀ ਵਿਅਰਥ ਵਜਾ ਦਿੱਤਾ, ਹੋਰ ਪਾਣੀ ਨਹੀਂ ਮਿਲ ਸਕਦਾ। ਸ਼ਾਹੀ ਹਕੀਮ ਨੂੰ ਦਵਾਈ ਦੀ ਜਗ੍ਹਾ ਤੇ ਜ਼ਹਿਰ ਦੇ ਕੇ ਤੇ ਆਪਣੇ ਪਿਤਾ ਨੂੰ ਮਾਰਨ ਦੀ ਕੋਸ਼ਿਸ਼ ਕੀਤੀ, ਪਰ ਉਸ ਵੈਦ ਨੇ ਵਫਾਦਾਰੀ ਕਰਦਿਆਂ ਹੋਇਆਂ, ਵੈਦਗੀ ਦੇ ਪੇਸ਼ੇ ਨੂੰ ਦਾਗ ਨਾ ਲਾਉਂਦਿਆਂ ਹੋਇਆਂ ਉਹ ਜ਼ਹਿਰ ਆਪ ਹੀ ਪੀ ਲਿਆ ਤੇ ਆਪਣੀ ਜੀਵਨ ਲੀਲਾ ਸਮਾਪਤ ਕਰ ਲਈ। ਇਹਨੇ ਬੜਾ ਸਲੋ ਪੋਇਜ਼ਨ, ਥੋੜਾ ਥੋੜਾ ਜ਼ਹਿਰ ਦੇ ਕੇ ਆਪਣੇ ਪਿਤਾ ਨੂੰ ਮਾਰ ਦਿੱਤਾ ਸੀ। ਤਿੰਨ ਇਸ ਦੇ ਭਰਾ ਸਨ, ਦਾਰਾ, ਮੁਅੱਜ਼ਮ, ਇਸ ਤਰ੍ਹਾਂ ਇਸ ਦੇ ਤਿੰਨ ਭਰਾ ਸਨ। ਇਸ ਨੇ ਤਿੰਨੇ ਹੀ ਭਰਾਵਾਂ ਨੂੰ ਕਿਸੇ ਨੂੰ ਜ਼ਹਿਰ ਦੇ ਕੇ, ਕਿਸੇ ਨੂੰ ਸ਼ਰਾਬ ਪਿਲਾ ਕੇ ਕਿਲੇ ਦੀ ਦੀਵਾਰ ਤੋਂ ਥੱਲੇ ਸੁਟਵਾ ਦਿੱਤਾ ਹੈ। ਤਿੰਨੋਂ ਹੀ ਭਰਾ ਇਸ ਨੇ ਕਤਲ ਕੀਤੇ ਨੇ। ਇੱਕ ਇਸ ਦੀ ਭੈਣ ਸੀ ਜਹਾਂ ਆਰਾ, ਇਸ ਨੇ ਉਸ ਦਾ ਵਿਆਹ ਨਹੀਂ ਹੋਣ ਦਿੱਤਾ ਵੀ ਕਿਧਰੇ ਐਸਾ ਨਾ ਹੋਵੇ ਕਿ ਮੇਰਾ ਜਿਹੜਾ ਇਸ ਦਾ ਖਾਵੰਦ ਆਏਗਾ ਉਹ ਕਿਧਰੇ ਤਖਤ ਨਾ ਹਾਸਲ ਕਰ ਲਵੇ। ਜਦ ਕਿ ਇਸ ਭੈਣ ਨੇ ਔਰੰਗਜ਼ੇਬ ਦੀ ਮਦਦ ਕੀਤੀ ਸੀ ਤਖਤ ਹਾਸਲ ਕਰਨ ਦੇ ਵਿੱਚ, ਪਰ ਇਸ ਨੇ ਆਪਣੀ ਭੈਣ ਨੂੰ ਵੀ ਮਾਰ ਦਿੱਤਾ ਸੀ। 4 ਇਸ ਦੇ ਬੱਚੇ ਸਨ, ਉਹਦੇ ਵਿੱਚੋਂ ਕੇਵਲ ਇੱਕੋ ਹੀ ਬੱਚਾ ਸੀ, ਬਹਾਦਰ ਸ਼ਾਹ। ਤਿੰਨਾਂ ਨੂੰ ਇਸ ਨੇ ਜ਼ਹਿਰ ਦੇ ਕੇ ਮਾਰ ਦਿੱਤਾ। 3 ਆਪਣੇ ਬੱਚੇ ਵੀ ਮਾਰੇ। ਇੱਕ ਇਸ ਦੀ ਆਪਣੀ ਬੱਚੀ ਸੀ, ਉਹਦਾ ਨਾਮ ਸੀ ਜੇਬੁਲ ਨਿਸ਼ਾ, ਔਰ ਬੜੀ ਬੰਦਗੀ ਕਰਨ ਵਾਲੀ ਸੀ। ਉਹ ਸ਼ਾਇਰ ਸੀ, ਸ਼ਾਇਰੀ ਕਰਦੀ ਸੀ, ਪਰ ਇਸ ਨੇ ਉਸ ਦਾ ਵਿਆਹ ਵੀ ਨਹੀਂ ਕੀਤਾ ਔਰ ਉਸ ਨੂੰ ਥੋੜਾ ਥੋੜਾ ਜ਼ਹਿਰ ਦੇ ਕੇ ਉਹਨੂੰ ਵੀ ਮਾਰ ਦਿੱਤਾ। ਇਸ ਹੁਣ ਜਿਸ ਨੇ ਆਪਣੇ ਪਰਿਵਾਰ ਨਾਲ ਇਤਨੀ ਬੁਰੀ ਕੀਤੀ ਹੋਵੇ, ਉਹ ਆਮ ਬੰਦਿਆਂ ਨਾਲ ਕੀ ਕੁਝ ਕਰ ਸਕਦਾ ਵੇ, ਤੁਸੀਂ ਅੰਦਾਜ਼ਾ ਲਾ ਸਕਦੇ ਹੋ। ਜਿਹਨੇ ਆਪਣੇ ਪਰਿਵਾਰ ਦੇ ਲੋਕਾਂ ਨੂੰ ਨਾ ਬਖਸ਼ਿਆ ਹੋਵੇ।
औरंगजेब ने जदों तखत हासिल किया, शुरुआत दे विच तां जेड़े मक्का मदीना दे और अजमेर जो ख्वाजा मोइनुद्दीन चिश्ती की दरगाह है, इत्थों के जेड़े वड्डे मजौर सन ना, उन्होंने इसनूं बादशाह मनण तो इनकार कर दिता सी, बई ये अपने परिवार का ही कातल है, असीं इसनूं बादशाह नहीं मनदे। औरंगजेब ने ਜਿਹੜੀਆਂ ਭੇਟਾਵਾਂ भेजियां सन उन्होंने वापस कर दित्तियां सन, पर इसने वड्डे वड्डे मौलवी ते मुफ्ती और कुछ पीरां फकीरां नूं रिश्वत दे के, पैसे दे के उन्होंने अपने वल मिलाया और ऐसा प्रचार कराया कि औरंगजेब तखत ते बैठा है इस्लाम दे वाधे वास्ते। कई शायरां ते औरंगजेब नूं इस्लाम दे पत्थे दे विच आखिरी तीर भी किया हुआ, बई ये आखिरी तीर है। जब लोगों में प्रचार होने लग गया तो जिन्हों ने भेटावां वापस कीतियां सन उन्होंने फिर कबूल भी कर लिया, क्योंकि उन्हें धन ही इतना दे दिता कि सारे उसूल धर्म सब उस धन के तले दब गया। हुण कोई नहीं बोलता। औरंगजेब ने अपने आप को एक सच्चा मुसलमान और इस्लाम का राखा लोगों दे विच प्रचारण वास्ते इसने हिंदुओं के उत्ते सख्ती शुरू की है। सब तो पहले इसने इहदे राज दरबार दे विच जितने हिंदू मुलाजम सन, जिहड़े वड्डियां वड्डियां नौकरियां दे उत्ते हिंदू बैठे सन, उन्हां सारियां नूं कढना शुरू कर दिता और इक्को ही शर्त रखी है कि जे शाही नौकरी करनी है तो इस्लाम कबूल करो या फिर नौकरी छोड़ दो। दो शर्तां सन, या नौकरी छोड़ दो तो या इस्लाम कबूल कर लो। नवीं भर्तियां इसने बिल्कुल बंद कर दित्तियां। ਜਿਹੜੇ मुस्लिम लोग सन उन्हां दीयां तनख्वाहां वधाणियां शुरू कर दित्तियां। ਜਿਹੜੇ हिंदू ਵਪਾਰੀ सन उन्हां ਵਪਾਰੀਆਂ ਦੇ ਉੱਤੇ टैक्स डबल कर दिता, ते ਜਿਹੜੇ मुस्लिम ਵਪਾਰੀ सन उन्हां दा टैक्स बिल्कुल माफ़ कर दिता। कई हिंदू टैक्स दे बोझ तले दब के ते इस्लाम भी आ गए। इतिहास ऐसा कहता है। नौकरी करनी है, उनकी करिए, परिवार पालना में मजबूरी है, इस्लाम कबूल कर लिया उन्होंने। फिर औरंगजेब ने धार्मिक सख्ती शुरू की थी। इसने हुक्म दिते कि जितने भी वड्डे वड्डे मंदिर ने ना, उन्हां मंदिरां नूं तोड़िया जाए। काशी विश्वनाथ का मंदिर जो बनारस दे विच है, हिंदुओं का बहुत वड्डा मंदिर है, उसनूं भी तोड़ दिता गया। मथुरा दे विच श्री कृष्ण के मंदिर ने, उन्होंने तोड़ दिता गया। हरिद्वार दे विच मंदिर सन, वो तोड़ दिते गए। उज्जैन दे विच महाकाल का मंदिर है, उसनूं भी तोड़ दिता गया। इस तरह उसने जितने भी धार्मिक नगरियां दे विच वड्डे वड्डे मंदिर सन सब तोड़ने शुरू कर दिते और उन्हां दीयां मूर्तियां नूं कढ के उन्हां दी बेपत्ती शुरू कर दिती है। मूर्ति पूजा दे उत्ते टैक्स ला दिता है, धार्मिक मेले बंद कर दिते ने। अगर पूजा पाठ करना है तो टैक्स भरना पैंदा सी। ਜਿਹੜੇ मेले लगते सन धर्म के अस्थानां दे उत्ते, उन्हां दे उत्ते पाबंदियां ला दित्तियां ने। बड़ी सख्ती इसने शुरू की है। बहुत लंबा चौड़ा इतिहास है। किसी विद्वान ने औरंगजेब नूं दस दिता कि ये जिहड़े कश्मीर के पंडित ने ना, ये बड़े विद्वान ने। ये कश्मीर दे विचों पढ़ाई करके ते मैदानी इलाकियां विच आके अपने धर्म का प्रचार करते हैं। जिवें बनारस दे विच सब तो वड्डी यूनीवर्सिटी है, उत्थे अज भी उत्थे लखां बच्चे पढ़ते हैं।
ਉਜੈਨ ਦੇ ਵਿੱਚ ਬੱਚੇ ਪੜ੍ਹਦੇ ਸਨ, ਮਥੁਰਾ ਵਿੱਚ ਬੱਚੇ ਪੜ੍ਹਦੇ ਸਨ, ਹਰਿਦੁਆਰ ਦੇ ਵਿੱਚ ਬੱਚੇ ਪੜ੍ਹਦੇ ਸਨ। ਜਿੱਥੇ ਜਿੱਥੇ ਵੀ ਧਾਰਮਿਕ ਵਿਦਿਆਲੇ ਸਨ, ਔਰੰਗਜ਼ੇਬ ਨੇ ਵਿਸ਼ੇਸ਼ ਤੌਰ 'ਤੇ ਹੁਕਮ ਦੇ ਕੇ ਉਹਨਾਂ ਨੂੰ ਗਿਰਾਉਣ ਦਾ ਹੁਕਮ ਦਿੱਤਾ। ਸਭ ਵਿਦਿਆਲੇ ਤੋੜ ਦਿੱਤੇ ਜਾਣ। ਦੱਸ ਦਿੱਤਾ ਕਿਸੇ ਨੇ ਕਿ ਜੇ ਕਸ਼ਮੀਰ ਦੇ ਪੰਡਤ ਨੇ ਨਾ, ਇਹ ਬੜੇ ਵਿਦਵਾਨ ਨੇ, ਅਗਰ ਇਹ ਮੁਸਲਮਾਨ ਬਣ ਜਾਣ, ਧਰਮ ਦਾ ਪ੍ਰਚਾਰ ਬੰਦ ਹੋ ਜਾਏਗਾ ਤੇ ਜਿਹੜੇ ਧਰਮ ਤੋਂ ਵਾਂਝੇ ਰਹਿ ਜਾਣਗੇ ਨਾ, ਉਹ ਆਪੇ ਹੀ ਇਸਲਾਮ ਦੇ ਵਿੱਚ ਆ ਜਾਣਗੇ। ਕਸ਼ਮੀਰ ਹਿੰਦੁਸਤਾਨ ਦੀ ਸਭ ਤੋਂ ਉੱਚੀ ਜਗ੍ਹਾ ਹੈ, ਉਚਾਈ ਤੇ ਹੈ, ਪਹਾੜਾਂ ਵਿੱਚ ਹੈ। ਉਸ ਨੂੰ ਹਿੰਦੁਸਤਾਨ ਦਾ ਸਿਰ ਵੀ ਕਿਹਾ ਜਾਂਦਾ ਹੈ, ਮਸਤਕ। ਕਿਸੇ ਬੰਦੇ ਦਾ ਮਸਤਕ ਬਦਲ ਦਿੱਤਾ ਜਾਵੇ, ਬਾਕੀ ਹੱਥ ਪੈਰ ਬਦਲਣ ਦੀ ਲੋੜ ਹੀ ਨਹੀਂ ਪੈਂਦੀ ਹੈ, ਉਹ ਆਪੇ ਹੀ ਬਦਲ ਜਾਂਦਾ ਹੈ ਬੰਦਾ। ਜਿਵੇਂ ਇੱਕ ਬੰਦਾ ਸਵੇਰੇ ਹਿੰਦੂ ਸੀ, ਸ਼ਾਮ ਨੂੰ ਮੁਸਲਮਾਨ ਬਣ ਗਿਆ, ਤਾਂ ਕੀ ਬਦਲ ਗਿਆ ਉਹਦਾ? ਕੋਈ ਮੂੰਹ ਮੱਥਾ ਨਹੀਂ ਬਦਲਿਆ, ਕੋਈ ਹੱਥ ਪੈਰ ਨਹੀਂ ਬਦਲੇ, ਕੋਈ ਨੈਣ ਨਕਸ਼ ਨਹੀਂ ਬਦਲੇ ਹਨ, ਕੇਵਲ ਉਸ ਦਾ ਦਿਮਾਗ ਬਦਲ ਗਿਆ, ਬਸ ਹੋਰ ਕੁਝ ਨਹੀਂ ਬਦਲਿਆ, ਉਹਦੀ ਸੋਚ ਬਦਲ ਗਈ ਹੈ। ਇੱਕ ਮੁਸਲਮਾਨ ਸਵੇਰੇ ਮੁਸਲਮਾਨ ਸੀ, ਸ਼ਾਮ ਨੂੰ ਅਗਰ ਉਹ ਹਿੰਦੂ ਬਣ ਜਾਂਦਾ ਹੈ ਤਾਂ ਕੋਈ ਉਹਦਾ ਸਰੀਰ ਨਹੀਂ ਬਦਲ ਜਾਂਦਾ, ਕੇਵਲ ਉਸਦੀ ਸੋਚ ਬਦਲ ਜਾਂਦੀ ਹੈ, ਉਹਦਾ ਦਿਮਾਗ ਬਦਲ ਜਾਂਦਾ, ਹੋਰ ਕੁਝ ਨਹੀਂ ਬਦਲਦਾ। ਇੱਕ ਬੰਦਾ ਸਵੇਰੇ ਸਾਧਾਰਨ ਮਨੁੱਖ ਸੀ, ਦੁਪਹਿਰ ਨੂੰ ਉਸਨੇ ਅੰਮ੍ਰਿਤ ਛਕ ਲਿਆ, ਗੁਰੂ ਦੀ ਮੱਤ ਨੂੰ ਧਾਰਨ ਕਰ ਲਿਆ, ਉਹ ਗੁਰੂ ਦਾ ਸਿੱਖ ਬਣ ਗਿਆ। ਕੀ ਬਦਲ ਗਿਆ? ਉਸਦਾ ਦਿਮਾਗ ਬਦਲ ਗਿਆ, ਬਸ ਸੋਚ ਬਦਲ ਗਈ ਹੈ, ਸਮਝ ਬਦਲ ਗਈ ਹੈ, ਹੋਰ ਕੁਝ ਨਹੀਂ ਬਦਲਿਆ। ਅੱਜ ਜਦੋਂ ਮੈਂ ਕਈਆਂ ਨੂੰ ਅਸੀਂ ਫੋਨ ਕਰਨੇ ਆ ਨਾ, ਬਈ ਕੋਈ ਪ੍ਰੋਗਰਾਮ ਹੋਵੇ ਤਾਂ ਦੱਸੋ, ਕਈ ਪ੍ਰਬੰਧਕ ਸਾਨੂੰ ਸਪਸ਼ਟ ਜਵਾਬ ਦੇ ਦਿੰਦੇ ਨੇ, ਅਸੀਂ ਕਥਾਵਾਚਕ ਨਹੀਂ ਬੁਲਾਉਂਦੇ, ਕੇਵਲ ਰਾਗੀ ਬਸ, ਅਸੀਂ ਪ੍ਰਚਾਰਕ ਨਹੀਂ ਬੁਲਾਉਂਦੇ। ਔਰੰਗਜ਼ੇਬ ਵੀ ਇਹ ਚਾਹੁੰਦਾ ਸੀ ਕਿ ਪ੍ਰਚਾਰ ਨਾ ਹੋਵੇ ਸਨਾਤਨ ਮਤ ਦਾ, ਇਸਲਾਮ ਦਾ ਪ੍ਰਚਾਰ ਹੋਵੇ। ਤੇ ਅੱਜ ਜਿਹੜੇ ਕਹਿੰਦੇ ਨਾ ਕਿ ਅਸੀਂ ਪ੍ਰਚਾਰਕ ਨਹੀਂ ਬੁਲਾਉਂਦੇ ਹਾਂ, ਮੈਂ ਸਮਝਦਾ ਵੀ ਉਹਨਾਂ ਦੀ ਜਿਹੜੀ ਸੋਚ ਹੈ ਨਾ, ਉਹ ਵੀ ਔਰੰਗਜ਼ੇਬ ਵਾਲੀ ਸੋਚ ਹੈ। ਕਿਉਂਕਿ ਧਰਮ ਪ੍ਰਚਾਰ ਨਾਲ ਚੱਲਦੇ ਨੇ। ਜਿਨ੍ਹਾਂ ਧਰਮਾਂ ਦਾ ਪ੍ਰਚਾਰ ਨਹੀਂ ਹੋ ਸਕਿਆ, ਉਹ ਧਰਮ ਅੱਜ ਦੁਨੀਆ ਤੋਂ ਮਿਟ ਗਏ ਨੇ, ਕਈ ਧਰਮ ਨੇ ਮਿਟ ਗਏ, ਉਹਨਾਂ ਦਾ ਨਾਮੋ ਨਿਸ਼ਾਨ ਹੀ ਖਤਮ ਹੋ ਗਿਆ। ਤੇ ਜੇ ਸਿੱਖ ਧਰਮ ਦਾ ਵੀ ਪ੍ਰਚਾਰ ਨਾ ਹੋਇਆ ਤਾਂ ਫਿਰ ਨੁਕਸਾਨ ਨਹੀਂ ਹੋਣਾ। ਮਸਤਕ ਨੂੰ ਬਦਲਣਾ ਹੈ, ਕਸ਼ਮੀਰ ਨੂੰ ਬਦਲੋ। ਜਿਵੇਂ ਝਰਨੇ ਨਿਕਲਦੇ ਨੇ ਜੰਮੂ ਕਸ਼ਮੀਰ ਦੇ ਇਲਾਕੇ 'ਚੋਂ, ਪਹਾੜੀ ਇਲਾਕਿਆਂ 'ਚੋਂ, ਮੈਦਾਨੀ ਇਲਾਕਿਆਂ ਨੂੰ ਉਹ ਸਰਸਬਜ਼ ਕਰਦੇ ਹਨ, ਹਰੇ ਭਰੇ ਕਰਦੇ ਹਨ, ਤਰਬਤਰ ਕਰਦੇ ਨੇ। ਇਹ ਬ੍ਰਾਹਮਣ ਉੱਥੋਂ ਗਿਆਨ ਹਾਸਲ ਕਰਕੇ ਮੈਦਾਨੀ ਇਲਾਕਿਆਂ ਦੇ ਵਿੱਚ ਧਰਮ ਦਾ ਪ੍ਰਚਾਰ ਕਰਕੇ ਲੋਕਾਂ ਨੂੰ ਧਰਮ ਦੇ ਵਿੱਚ ਪੱਕਾ ਕਰਦੇ ਨੇ, ਉਹਨਾਂ ਨੂੰ ਬਦਲਣਾ। ਔਰੰਗਜ਼ੇਬ ਨੇ ਕੋਸ਼ਿਸ਼ ਕੀਤੀ ਕਿ ਇਹਨਾਂ ਬ੍ਰਾਹਮਣਾਂ ਨੂੰ, ਇਹਨਾਂ ਪੰਡਤਾਂ ਨੂੰ ਜਿਹੜੇ ਗਿਆਨ ਵੰਡਦੇ ਨਾ, ਪਹਿਲੇ ਇਹਨਾਂ ਨੂੰ ਇਸਲਾਮ ਵਿੱਚ ਲਿਆਓ। ਔਰ ਉਸਨੇ ਆਪਣੇ ਇੱਕ ਜਰਨੈਲ ਨੂੰ ਸ਼ੇਰ ਅਫਗਾਨ ਦਾ ਖਿਤਾਬ ਦੇ ਕੇ ਤੇ ਜੰਮੂ ਕਸ਼ਮੀਰ ਵਿੱਚ ਭੇਜਿਆ, ਔਰ ਉਸਨੂੰ ਸਖਤ ਹਿਦਾਇਤ ਦਿੱਤੀ ਹੈ ਕਿ ਤੈਨੂੰ ਖੁੱਲੀ ਛੂਟ ਹੈ, ਕਿਸੇ ਵੀ ਤਰੀਕੇ ਦੇ ਨਾਲ ਇਸਲਾਮ ਵਿੱਚ ਆਉਣਾ ਚਾਹੀਦਾ ਹੈ, ਭਾਵੇਂ ਧਨ ਦਾ ਲਾਲਚ ਦਿਓ ਤੇ ਭਾਵੇਂ ਮੌਤ ਦਿਓ, ਕੁਝ ਵੀ ਦਿਓ, ਪਰ ਬੰਦਾ ਇਸਲਾਮ ਦੇ ਵਿੱਚ ਆਉਣਾ ਚਾਹੀਦਾ ਹੈ, ਬਸ ਤੈਨੂੰ ਖੁੱਲੀ ਛੂਟ ਹੈ। ਇਹਨੇ ਜਾ ਕੇ ਜਦ ਜੰਮੂ ਕਸ਼ਮੀਰ ਦੇ ਵਿੱਚ ਉਹਨਾਂ ਪੰਡਤਾਂ ਦੇ ਉੱਤੇ, ਬ੍ਰਾਹਮਣਾਂ ਦੇ ਉੱਤੇ ਜਦੋਂ ਜ਼ੁਲਮ ਇਸਨੇ ਸ਼ੁਰੂ ਕੀਤੇ ਨਾ, ਤਾਂ ਉਹਨਾਂ ਨੇ ਆਖਿਆ ਵੀ ਸਾਨੂੰ 6 ਮਹੀਨੇ ਦੀ ਮੌਲਤ ਦਿਓ, ਅਸੀਂ ਆਪਸ ਵਿੱਚ ਵਿਚਾਰ ਕਰਦੇ ਹਾਂ ਵੀ ਕੀ ਕਰਨਾ ਹੈ। ਕਹਿੰਦੇ ਨੇ ਬਹੁਤ ਸਾਰੇ ਪੰਡਤਾਂ ਨੇ ਮਿਲ ਕੇ, ਉਹਨਾਂ ਦਾ ਇੱਕ ਪੰਡਤ ਸੀ ਜਿਹਦਾ ਨਾਮ ਸੀ ਕਿਰਪਾ ਰਾਮ, ਪੰਡਤ ਕਿਰਪਾ ਰਾਮ,
ਇਹ ਸਾਰਿਆਂ ਤੋਂ ਸਿਆਣਾ ਸੀ। ਪੰਡਿਤ ਕਿਰਪਾ ਰਾਮ ਪੰਡਿਤ ਬ੍ਰਹਮਦੱਤ ਦਾ ਪੋਤਰਾ ਸੀ। ਪੰਡਿਤ ਬ੍ਰਹਮਦੱਤ ਕੌਣ ਹੈ? ਪੰਡਿਤ ਬ੍ਰਹਮਦੱਤ ਉਹ ਹੈ ਜਿਹਨੂੰ ਆਪਣੇ ਸ਼ਾਸਤਰਾਂ ਦੇ ਗਿਆਨ ਦਾ ਬੜਾ ਹੰਕਾਰ ਸੀ। ਇਸ ਨੇ ਲੋਕਾਂ ਨੂੰ ਹਰਾ ਕੇ ਇਹਨੇ ਸ਼ਰਤ ਰੱਖੀ ਹੋਈ ਸੀ, ਜਾਂ ਤੇ ਮੈਨੂੰ ਹਰਾ ਦਿਓ ਤੇ ਮੇਰੀਆਂ ਕਿਤਾਬਾਂ ਤੁਸੀਂ ਲੈ ਲਓ, ਜੇ ਤੁਸੀਂ ਹਾਰ ਗਏ ਤੇ ਆਪਣੀਆਂ ਕਿਤਾਬਾਂ ਮੈਨੂੰ ਦੇ ਦਿਓ। ਇਹਨੇ ਬਹੁਤ ਸਾਰੇ ਗ੍ਰੰਥ ਇਕੱਠੇ ਕਰ ਲਏ ਸਨ, ਕਿਉਂਕਿ ਕੋਈ ਇਸ ਨੂੰ ਹਰਾ ਨਹੀਂ ਸਕਿਆ। ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਦੇ ਜਦ ਇਹ ਸਾਹਮਣੇ ਆਇਆ ਨਾ, ਤਾਂ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਇਸ ਨੂੰ ਆਖਿਆ ਵੀ ਜਿਤਨਾ ਮਰਜ਼ੀ ਇਹ ਗਿਆਨ ਹਾਸਲ ਕਰ ਲੈ, ਇਸ ਗਿਆਨ ਦਾ ਕੋਈ ਲਾਭ ਨਹੀਂ ਹੈ। ਆਸਾ ਦੀਵਾਰ ਦੇ ਵੀ ਸ਼ਲੋਕ ਆਉਂਦਾ ਹੈ, ਪੜ ਪੜ ਗੱਡੀ ਲੱਦੀਏ, ਪੜ ਪੜ ਭਰੀਏ ਸਾਥ, ਪੜ ਪੜ ਬੇੜੀ ਪਾਈਏ, ਪੜ ਪੜ ਗੱਡੀਏ ਖਾਤ, ਪੜੀਏ ਜੇਤੇ ਬਰਸ ਬਰਸ, ਪੜੀਏ ਜੇਤੇ ਮਾਸ, ਪੜੀਏ ਜੇਤੀ ਆਰਜਾ, ਪੜੀਏ ਜੇਤੇ ਸਾਸ, ਨਾਨਕ ਲੇਖੇ ਇੱਕ ਗੱਲ ਔਰ ਹਉਮੈ ਚੱਖਣਾ ਚਾਰ। ਮਹਾਰਾਜ ਕਹਿੰਦੇ ਨੇ ਜਿਤਨੇ ਮਰਜ਼ੀ ਇਹ ਧਾਰਮਿਕ ਗ੍ਰੰਥ ਪੜ੍ਹ ਲਓ, ਜੇ ਇੱਕ ਗੱਲ ਦੀ ਸਮਝ ਨਹੀਂ ਨਾ ਆਈ ਤਾਂ ਮਹਾਰਾਜ ਕਹਿੰਦੇ ਨੇ ਪੜ੍ਹਿਆ ਲਿਖਿਆ ਸਭ ਮਿੱਟੀ ਹੋ ਜਾਂਦਾ ਹੈ, ਸਭ ਬੇਕਾਰ ਹੈ। ਇੱਕ ਗੱਲ ਕਿਹੜੀ? ਜਪੋ ਤਾਂ ਏਕੋ ਨਾਮਾ, ਅਵਰ ਨਿਰਾਫਲ ਕਾਮਾ। ਜੇ ਪੜ੍ਹਾਈ ਕਰਦਿਆਂ ਕਰਦਿਆਂ ਕਿਧਰੇ ਸਾਨੂੰ ਸਮਝ ਆ ਜਾਵੇ ਕਿ ਪਰਮੇਸ਼ਰ ਦੀ ਪ੍ਰਾਪਤੀ ਕਰਨੀ ਹੈ, ਸਾਡੇ ਜੀਵਨ ਦਾ ਮਕਸਦ ਕੀ ਹੈ, ਅਸੀਂ ਜਾਣਾ ਕਿੱਥੇ ਹੈ, ਕਿਉਂ ਸੰਸਾਰ 'ਤੇ ਆਏ ਹਾਂ, ਫਿਰ ਤੇ ਪੜ੍ਹਾਈ ਕਰਨ ਦਾ ਲਾਭ ਹੈ। ਨਹੀਂ ਤਾਂ ਮਹਾਰਾਜ ਤੇ ਕਹਿੰਦੇ ਨੇ ਪੜ੍ਹਿਆ ਮੂਰਖ ਆਖੀਏ, ਜਿਤ ਲੱਭ ਲੋਭ ਅਹੰਕਾਰ। ਜੇ ਪੜ੍ਹਾਈ ਕਰ ਕਰਕੇ ਲੋਭ ਵੱਧ ਗਿਆ, ਹੰਕਾਰ ਵੱਧ ਗਿਆ, ਤਾਂ ਮਹਾਰਾਜ ਕਹਿੰਦੇ ਨੇ ਪੜ੍ਹਾਈ ਤਾਂ ਤੇਰੀ ਬੇਕਾਰ ਗਈ, ਕਿਸੇ ਕੰਮ ਦੀ ਨਹੀਂ। ਅੱਜ ਦੇਖੋ ਬੱਚੇ ਸਾਡੇ ਪੜ੍ਹ ਲਿਖ ਗਏ ਨੇ, ਬਹੁਤ ਘੱਟ ਹੋਣਗੇ ਬੱਚੇ ਜਿਹੜੇ ਪੜ੍ਹਦੇ ਨਾ ਹੋਣਗੇ, ਨਹੀਂ ਤਾਂ ਥੋੜ੍ਹਾ ਬਹੁਤ ਤੇ ਪੜ੍ਹ ਹੀ ਜਾਂਦੇ ਨੇ ਸਭ। ਕਈ ਐਸੇ ਦੇਸ਼ ਬਣ ਗਏ ਨੇ ਜਿੱਥੇ ਅਗਰ ਬੱਚੇ ਨੂੰ ਸਕੂਲ ਨਾ ਭੇਜੀਏ ਤਾਂ ਮਾਂ ਬਾਪ ਨੂੰ ਜੇਲ੍ਹ ਵੀ ਸੁੱਟ ਦਿੰਦੇ ਨੇ। ਅੱਜ ਮਨੁੱਖਤਾ ਪੜ੍ਹ ਲਿਖ ਗਈ ਹੈ, ਪਰ ਪੜ੍ਹ ਕੇ ਅਸੀਂ ਇਕੱਠਾ ਕੀ ਕੀਤਾ? ਜਿਤਨੀ ਅਸੀਂ ਪੜ੍ਹ ਲਿਖ ਗਏ ਹਾਂ ਉਤਨੀ ਹੀ ਅੱਜ ਮੂਰਖਤਾ ਵੱਧ ਗਈ ਹੈ। ਕਿਉਂ? ਲੋਭ ਇਕੱਠਾ ਹੋ ਗਿਆ ਤੇ ਹੰਕਾਰ ਇਕੱਠਾ ਹੋ ਗਿਆ। ਮੈਂ ਬਹੁਤਾ ਵਿਸਤਾਰ ਨਹੀਂ ਕਰ ਸਕਦਾ, ਇਹ ਘੜੀ ਬੜੀ ਤੇਜ਼ ਚੱਲਦੀ ਹੈ ਤੇ ਮੈਂ ਪਿੱਛੇ ਰਹਿ ਜਾਂਦਾ। ਅੱਜ ਭਾਵੇਂ ਲੋਕ ਪੜ੍ਹ ਲਿਖ ਗਏ ਨੇ, ਪਰ ਪੜ੍ਹ ਲਿਖ ਕੇ ਅੰਦਰ ਹੰਕਾਰ ਇਤਨਾ ਵੱਧ ਗਿਆ ਹੈ, ਨਾ ਮਾਂ ਪਿਓ ਦੀ ਕਦਰ ਕਰਦੇ ਨੇ, ਨਾ ਆਪਣੇ ਵੱਡਿਆਂ ਦੀ ਕਦਰ ਕਰਦੇ ਨੇ, ਨਾ ਕੋਈ ਧਰਮ ਦੀ ਕਦਰ ਕਰਦੇ ਨੇ ਤੇ ਨਾ ਗੁਰੂ ਦੀ ਕਦਰ ਕਰਦੇ ਨੇ। ਅੱਜ ਜਿਤਨੇ ਪੜ੍ਹ ਲਿਖ ਗਏ ਨੇ ਅਪਰਾਧ ਵੀ ਉਤਨੇ ਹੀ ਵੱਧ ਗਏ ਨੇ। ਹੋਣਾ ਤੇ ਇਹ ਚਾਹੀਦਾ ਸੀ ਨਾ ਕਿ ਪੜ੍ਹ ਲਿਖ ਕੇ ਲੋਕੀ ਅਪਰਾਧ ਤੋਂ ਦੂਰ ਹੋ ਜਾਣ, ਬਲਕਿ ਪੜ੍ਹਦੇ ਇਸ ਵਾਸਤੇ ਪਏ ਨੇ ਕਿ ਵੱਡੇ ਵੱਡੇ ਅਪਰਾਧ ਕਰ ਸਕੀਏ ਅਸੀਂ। ਇੱਕ ਅਨਪੜ੍ਹ ਬੰਦਾ ਇਤਨੀ ਵੱਡੀ ਚੋਰੀ ਨਹੀਂ ਕਰ ਸਕਦਾ ਜਿਤਨੀ ਵੱਡੀ ਚੋਰੀ ਇੱਕ ਪੜ੍ਹਿਆ ਲਿਖਿਆ ਬੰਦਾ ਕਰ ਸਕਦਾ। ਅਨਪੜ੍ਹ ਬੰਦਾ ਕਿਤਨੀ ਕਰੇਗਾ? 1000, 2000, 10,000, ਤੇ ਪੜ੍ਹੇ ਲਿਖੇ ਤੇ ਕਰੋੜਾਂ ਰੁਪਈਏ ਇੱਧਰ ਦੇ ਉੱਧਰ ਕਰ ਦਿੰਦੇ ਨੇ, ਪਤਾ ਹੀ ਨਹੀਂ ਲੱਗਦਾ। ਮਹਾਰਾਜ ਕਹਿੰਦੇ ਨੇ ਤੇਰੀ ਪੜ੍ਹਾਈ ਕਰਨ ਦਾ ਕੋਈ ਲਾਭ ਨਹੀਂ ਹੈ। ਇਹਨੇ ਨਾਮ ਰੱਖਿਆ ਸੀ ਜਗਜੀਤ। ਗੁਰੂ ਨਾਨਕ ਸੱਚੇ ਪਾਤਸ਼ਾਹ ਕਹਿੰਦੇ ਨੇ ਲੋਕਾਂ ਨੂੰ ਜਿੱਤਣ ਦੇ ਨਾਲ ਕੋਈ ਜਗਜੀਤ ਨਹੀਂ ਹੁੰਦਾ। ਜਗਜੀਤ ਉਹ ਹੁੰਦਾ ਮਨ ਜੀਤੇ ਜਗ ਜੀਤ, ਜਿਹੜਾ ਆਪਣੇ ਮਨ ਨੂੰ ਜੀਤ ਲਵੇ, ਜਿਹੜੇ ਵਿਕਾਰ ਨੇ ਉਹਨਾਂ ਦੇ ਉੱਤੇ ਫਤਿਹ ਹਾਸਲ ਕਰ ਲਵੇ। ਗਿਆਨ ਇੰਦਰੀਆਂ ਦੇ ਉੱਤੇ ਜਿਹੜਾ ਫਤਿਹ ਹਾਸਲ ਕਰ ਲਵੇ ਉਹ ਜਗਜੀਤ ਆਉਂਦਾ ਹੈ। ਇਹਨੇ ਗੁਰੂ ਨਾਨਕ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਮੱਥਾ ਟੇਕਿਆ ਸੀ। ਇਸ ਬ੍ਰਹਮਦੱਤ ਦਾ ਪੋਤਰਾ ਸੀ ਕਿਰਪਾ ਰਾਮ, ਔਰ ਇਸ ਨੇ ਆਪਣੇ ਦਾਦੇ ਕੋਲੋਂ ਗੁਰੂ ਨਾਨਕ ਦੇ ਘਰ ਦੀਆਂ ਸਿਫਤਾਂ ਸੁਣੀਆਂ ਹੋਈਆਂ ਸਨ।
ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜਦੋਂ ਪਟਨਾ ਸਾਹਿਬ ਤੋਂ ਚੱਲ ਕੇ ਅਨੰਦਪੁਰ ਸਾਹਿਬ ਆਏ ਨੇ, ਪੰਡਿਤ ਕਿਰਪਾ ਰਾਮ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਸੰਸਕ੍ਰਿਤ ਪੜ੍ਹਾਉਂਦਾ ਹੁੰਦਾ ਸੀ। ਭਾਵੇਂ ਗੁਰੂ ਨੂੰ ਕੋਈ ਪੜ੍ਹਾਈ ਦੀ ਲੋੜ ਨਹੀਂ ਹੈ, ਲੇਕਿਨ ਇੱਕ ਦੁਨਿਆਵੀ ਮਰਿਆਦਾ ਪੂਰੀ ਕਰਨ ਵਾਸਤੇ ਸਤਿਗੁਰੂ ਜੀ ਇਸ ਕਿਰਪਾ ਰਾਮ ਕੋਲੋਂ ਸੰਸਕ੍ਰਿਤ ਪੜ੍ਹਦੇ ਸਨ। ਇਹਨਾਂ ਸਾਰਿਆਂ ਨੇ ਵਿਚਾਰ ਕੀਤੀ ਵੀ ਕੀ ਕੀਤਾ ਜਾਏ। ਅਮਰਨਾਥ ਦੀ ਗੁਫਾ ਦੇ ਵਿੱਚ ਜਾ ਕੇ ਇਹਨਾਂ ਨੇ ਬੇਨਤੀ ਕੀਤੀ ਸ਼ਿਵ ਜੀ ਨੂੰ ਵੀ ਆਪਣਾ ਤੀਸਰਾ ਨੇਤਰ ਖੋਲੋ ਔਰ ਇਹਨਾਂ ਦੁਸ਼ਟਾਂ ਦਾ ਨਾਸ਼ ਕਰੋ। ਕਹਿੰਦੇ ਨੇ ਇਤਨੇ ਬੈਰਾਗ ਦੇ ਵਿੱਚ ਇਸਨੇ ਅਰਦਾਸ ਕੀਤੀ, ਅੱਖਾਂ ਬੰਦ ਹੋ ਗਈਆਂ, ਸਮਾਧੀ ਲੱਗ ਗਈ ਔਰ ਇਸ ਨੂੰ ਦਰਸ਼ਨ ਹੋਏ ਨੇ ਸ਼ਿਵ ਜੀ ਦੇ। ਤੇ ਸ਼ਿਵ ਜੀ ਨੇ ਇਸ ਨੂੰ ਆਖਿਆ ਕਿਰਪਾ ਰਾਮ ਨੂੰ ਕਿ ਜੇ ਤੁਸੀਂ ਬਚਣਾ ਚਾਹੁੰਦੇ ਹੋ ਤੇ ਦੁਨੀਆ ਦੇ ਵਿੱਚ ਕੇਵਲ ਇੱਕੋ ਹੀ ਦਰਵਾਜ਼ਾ ਹੈ ਜਿੱਥੇ ਤੁਹਾਡੀ ਬਾਂਹ ਪਕੜੀ ਜਾ ਸਕਦੀ ਹੈ, ਹੋਰ ਕੋਈ ਤੁਹਾਡੀ ਬਾਂਹ ਨਹੀਂ ਪਕੜ ਸਕਦਾ। ਉਹ ਘਰ ਹੈ ਗੁਰੂ ਨਾਨਕ ਦਾ, ਉੱਥੇ ਜਾਓ ਤੁਸੀਂ। ਜਦ ਇਸ ਦੀਆਂ ਅੱਖਾਂ ਖੁੱਲੀਆਂ ਤੇ ਹੈਰਾਨ ਹੋ ਗਿਆ ਹੈ। ਬਾਕੀ ਸਾਰੇ ਪੰਡਤਾਂ ਦੇ ਨਾਲ ਆਪਣੇ ਸਾਥੀਆਂ ਨਾਲ ਵਿਚਾਰ ਕਰਕੇ ਪਹਿਲੇ ਇਹ ਅੰਮ੍ਰਿਤਸਰ ਗਏ ਨੇ। ਉੱਥੋਂ ਪਤਾ ਲੱਗਾ ਕਿ ਗੁਰੂ ਸਾਹਿਬ ਇਸ ਵਕਤ ਅਨੰਦਪੁਰ ਸਾਹਿਬ ਦੇ ਵਿੱਚ ਨੇ। ਫਿਰ ਇਹ ਅਨੰਦਪੁਰ ਆਏ ਨੇ ਤੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਦੇ ਚਰਨਾਂ ਦੇ ਵਿੱਚ ਫਿਰ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਡੀ ਬਾਂਹ ਪਕੜੋ। ਸਤਿਗੁਰੂ ਜੀ ਦੇ ਘਰ ਦਾ ਇਹ ਬਿਰਧ ਹੈ ਕਿ ਜੋ ਸ਼ਰਨ ਆਵੇ ਤਿਸ ਕੰਠ ਲਾਵੇ, ਇਹ ਬਿਰਧ ਸੁਆਮੀ ਸੰਦਾ। ਗੁਰੂ ਨਾਨਕ ਦੇ ਘਰ ਦੀ ਮਰਿਆਦਾ ਹੀ ਇਹ ਹੈ ਕਿ ਡੁੱਬਦਿਆਂ ਹੋਇਆਂ ਦੀ ਬਾਂਹ ਪਕੜਨਾ, ਸੜਦੇ ਹੋਇਆਂ ਨੂੰ ਠੰਡ ਪਾਉਣਾ, ਰੋਂਦੇ ਹੋਇਆਂ ਨੂੰ ਹਾਸਾ ਵੰਡਣਾ, ਇਹ ਗੁਰੂ ਨਾਨਕ ਦੇ ਘਰ ਦੀ ਮਰਿਆਦਾ ਹੈ। ਸਤਿਗੁਰਾਂ ਨੇ ਫਿਰ ਜਿਸ ਤਰ੍ਹਾਂ ਬਾਂਹ ਪਕੜੀ ਹੈ, ਬਾਕੀ ਵਿਚਾਰ ਫਿਰ ਕੱਲ੍ਹ ਆਪ ਜੀ ਦੇ ਸਨਮੁਖ ਰੱਖਾਂਗੇ, ਕਿਉਂਕਿ ਸਮਾਂ 8:15 ਤੋਂ ਉੱਪਰ ਹੋ ਚੁੱਕਾ ਹੈ। ਸਤਿਗੁਰ ਮਿਹਰ ਕਰਨ, ਅਸੀਂ ਵੀ ਗੁਰੂ ਦੇ ਚਰਨਾਂ ਵਿੱਚ ਅਰਦਾਸ ਕਰੀਏ। ਹਮ ਦੇਖਾਂ ਤਹਿ ਡੂਬੀ ਹਲੇ, ਇਹ ਸੱਚੇ ਪਾਤਸ਼ਾਹ ਅਸੀਂ ਵੀ ਸੰਸਾਰ ਵਿੱਚ ਡੁੱਬ ਰਹੇ ਹਾਂ, ਸਾਡੀ ਬਾਂਹ ਪਕੜ ਕੇ ਸਾਡਾ ਵੀ ਨਿਸਤਾਰਾ ਕਰੋ। ਸਤਿਗੁਰ ਸੱਚੇ ਪਾਤਸ਼ਾਹ ਮਿਹਰ ਕਰਨ। ਭੁੱਲਾਂ ਚੁੱਕਾਂ ਦੀ क्षमा। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ